Hello students, I am Satveer Kaur, lecturer in CSE department. Today we will start chapter number 2, Internet connectivity of subject Internet and Web Technologies. So let's start. In this video, I am going to give you a brief introduction about the topic transmission media, both wired and wireless. So what is transmission media and medium? It is the medium through which the sender connects to the receiver. Communication medium refers to the channel through which the data is sent and received. So transmission medium ਨੂੰ ਆਪਾਂ communication medium ਵੀ ਕਹਿੰਦੇ ਹਾਂ। ਇਹ ਇੱਕ medium ਹੁੰਦਾ ਹੈ ਜਿਹਦੇ ਥਰੂ sender receiver ਦੇ ਨਾਲ connection establish ਕਰਦਾ ਹੈ so that ਅਸੀਂ ਆਪਣਾ data ਜਾਂ ਕੋਈ ਵੀ information send ਜਾਂ receive ਕਰ ਸਕੀਏ। ਇਹ ਦੋ ਤਰ੍ਹਾਂ ਦਾ ਹੁੰਦਾ ਹੈ, ਵਾਇਰਡ ਮੀਡੀਆ ਤੇ ਵਾਇਰਲੈਸ ਮੀਡੀਆ। ਵਾਇਰਡ ਨੂੰ ਆਪਾਂ ਗਾਈਡਡ ਮੀਡੀਅਮ ਵੀ ਕਹਿੰਦੇ ਹਾਂ ਤੇ ਵਾਇਰਲੈਸ ਨੂੰ ਅਨਗਾਈਡਡ ਮੀਡੀਅਮ ਵੀ ਕਿਹਾ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਅਸੀਂ ਵਾਇਰਡ ਮੀਡੀਆ ਡਿਸਕਸ ਕਰਾਂਗੇ। ਇਨ ਦਿਸ ਦੀ ਡੇਟਾ ਇਜ਼ ਟਰਾਂਸਮਿਟਡ ਓਵਰ ਅ ਫਿਜ਼ੀਕਲ ਮੀਡੀਅਮ। ਮੀਨਸ ਵਾਇਰਡ ਮੀਡੀਆ ਉਹ ਹੁੰਦਾ ਹੈ ਜਿਹਦੇ ਵਿੱਚ ਸੈਂਡਰ ਰਿਸੀਵਰ ਦੇ ਨਾਲ ਕੇਬਲਸ ਜਾਂ ਵਾਇਰਸ ਦੇ ਥਰੂ ਕਨੈਕਸ਼ਨ ਐਸਟੈਬਲਿਸ਼ ਕਰਦਾ ਹੈ। ਇਹਨੂੰ ਫਿਜ਼ੀਕਲ ਮੀਡੀਅਮ ਵੀ ਕਹਿ ਸਕਦੇ ਹਾਂ ਆਪਾਂ। Second type हुंदी है wireless media. In this, no physical medium is required for the transmission of electromagnetic signals. Wireless media ਉਹ ਹੁੰਦਾ ਹੈ ਜਿਹਦੇ ਵਿੱਚ ਡਾਟਾ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਟ੍ਰਾਂਸਫਰ ਕਰਨ ਲਈ ਵਾਇਰਸ ਦਾ ਯੂਜ਼ ਨਹੀਂ ਹੁੰਦਾ। Signal travels through air or space in wireless communication networks. ਸੋ ਇਸ ਫਿਗਰ ਦੇ ਵਿੱਚ ਦੇਖ ਸਕਦੇ ਹਾਂ ਆਪਾਂ ਕਿ ਜਿਹੜਾ ਟਰਾਂਸਮਿਸ਼ਨ ਮੀਡੀਆ ਹੁੰਦਾ ਹੈ ਉਹਦੀਆਂ ਦੋ ਮੇਨ ਟਾਈਪਸ ਹੁੰਦੀਆਂ, ਗਾਈਡਡ ਮੀਡੀਆ ਤੇ ਅਨਗਾਈਡਡ ਮੀਡੀਆ। ਗਾਈਡਡ ਮੀਡੀਆ ਨੂੰ ਆਪਾਂ ਵਾਇਰਡ ਮੀਡੀਆ ਵੀ ਕਹਿੰਦੇ ਹਾਂ ਤੇ ਜਿਹੜਾ ਅਨਗਾਈਡਡ ਮੀਡੀਆ ਹੁੰਦਾ ਉਹਨੂੰ ਅਸੀਂ ਵਾਇਰਲੈਸ ਮੀਡੀਆ ਵੀ ਕਹਿੰਦੇ ਹਾਂ। ਗਾਈਡਡ ਮੀਡੀਆ ਨੂੰ ਆਪਾਂ ਤਿੰਨ ਕੈਟੇਗਰੀਜ਼ 'ਚ ਡਿਵਾਈਡ ਕੀਤਾ ਹੋਇਆ, ਟਵਿਸਟਡ ਪੇਅਰ ਕੇਬਲ, ਕੋਐਕਸੀਅਲ ਕੇਬਲ ਤੇ ਆਪਟੀਕਲ ਫਾਈਬਰ ਕੇਬਲ। ਤੇ ਅਨਗਾਈਡਡ ਮੀਡੀਆ ਦੀਆਂ ਵੀ ਤਿੰਨ ਟਾਈਪਸ ਹੁੰਦੀਆਂ, ਰੇਡੀਓ ਵੇਵਸ, ਮਾਈਕ੍ਰੋਵੇਵਸ ਤੇ ਇਨਫਰਾਰੈਡ ਰੇਜ਼। ਸੋ ਹੁਣ ਆਪਾਂ ਨੈਕਸਟ ਸਲਾਈਡਸ ਦੇ ਵਿੱਚ ਇਹ ਸਾਰੀਆਂ ਹੀ ਕੈਟੇਗਰੀਜ਼ ਨੂੰ ਡਿਸਕਸ ਕਰਾਂਗੇ। ਸੋ ਫਸਟ ਵੀ ਵਿਲ ਡਿਸਕਸ ਦੀ ਟਾਈਪਸ ਆਫ ਕੇਬਲਸ। ਸੋ ਕੇਬਲ ਦੀਆਂ 3 ਟਾਈਪਸ ਹੁੰਦੀਆਂ, ਫਸਟ ਇਜ਼ ਟਵਿਸਟਡ ਪੇਅਰ ਕੇਬਲ, ਸੈਕੰਡ ਇਜ਼ ਕੋਐਕਸੀਅਲ ਕੇਬਲ ਐਂਡ ਥਰਡ ਇਜ਼ ਆਪਟੀਕਲ ਫਾਈਬਰ ਕੇਬਲ। ਟਵਿਸਟਡ ਪੇਅਰ ਕੇਬਲ ਦੀਆਂ ਫਰਦਰ ਦੋ ਕੈਟੇਗਰੀਜ਼ ਹੁੰਦੀਆਂ, ਫਸਟ ਇਜ਼ ਅਨਸ਼ੀਲਡਡ ਟਵਿਸਟਡ ਪੇਅਰ ਕੇਬਲ, ਇਹਨੂੰ ਆਪਾਂ UTP ਵੀ ਕਹਿੰਦੇ ਹਾਂ, ਤੇ ਸੈਕੰਡ ਇਜ਼ ਸ਼ੀਲਡਡ ਟਵਿਸਟਡ ਪੇਅਰ ਕੇਬਲ, ਇਹਨੂੰ ਆਪਾਂ STP ਕੇਬਲ ਵੀ ਕਹਿੰਦੇ ਹਾਂ। ਫਸਟ ਟਾਈਪ ਆਫ ਕੇਬਲ ਇਜ਼ ਟਵਿਸਟਡ ਪੇਅਰ ਕੇਬਲ। Twisted pair cable is a type of cabling that is used for telephone communications. It is basically used in telephone lines to provide voice and data channels. In twisted pair cable, two separately insulated conducted wires are twisted together. One of the wire is used to carry signal and other is used as a ground reference. If the two wires are parallel, the effect of noise interference and crosstalk is big. Twisting the pair of wires balance the effect of unwanted noise and reduce it. So ਆਪਾਂ ਡਾਇਗਰਾਮ 'ਚ ਦੇਖ ਸਕਦੇ ਹਾਂ ਕਿ ਟਵਿਸਟਡ ਪੇਅਰ ਕੇਬਲ ਦੇ ਵਿੱਚ ਦੋ ਵਾਇਰਸ ਆਪਸ ਦੇ ਵਿੱਚ ਟਵਿਸਟ ਕੀਤੀਆਂ ਹੁੰਦੀਆਂ ਹੈ। ਇੱਕ ਵਾਇਰ ਸਿਗਨਲ ਨੂੰ ਟਰਾਂਸਮਿਟ ਕਰਨ ਲਈ ਯੂਜ਼ ਹੁੰਦੀ ਹੈ ਤੇ ਦੂਜੀ ਗਰਾਊਂਡ ਰੈਫਰੈਂਸ ਲਈ ਯੂਜ਼ ਹੁੰਦੀ ਹੈ। ਇਹ ਵਾਇਰਸ ਆਪਸ ਦੇ ਵਿੱਚ ਟਵਿਸਟ ਕਿਉਂ ਕੀਤੀਆਂ ਹੁੰਦੀਆਂ? ਇਸ ਕਰਕੇ ਟਵਿਸਟ ਕੀਤੀਆਂ ਹੁੰਦੀਆਂ ਸੋ ਦੈਟ ਇਲੈਕਟ੍ਰੋਮੈਗਨੈਟਿਕ ਇੰਟਰਫੇਰੈਂਸ ਘੱਟ ਹੋ ਸਕੇ। ਇਲੈਕਟ੍ਰੋਮੈਗਨੈਟਿਕ ਇੰਟਰਫੇਰੈਂਸ ਕੀ ਹੁੰਦੀ ਹੈ? ਇਹ ਨੋਇਜ਼ ਜਾਂ ਡਿਸਟਰਬੈਂਸ ਹੁੰਦੀ ਹੈ ਜੋ ਉਦੋਂ ਪ੍ਰੋਡਿਊਸ ਹੁੰਦੀ ਹੈ ਜਦੋਂ ਦੋ ਵਾਇਰਸ ਇੱਕ ਦੂਜੇ ਦੇ ਕੋਲ ਹੋਣ ਜਾਂ ਜੇ ਕੋਈ ਹੋਰ ਇਲੈਕਟ੍ਰੋਨਿਕਸ ਅਪਲਾਇੰਸ ਕੋਲ ਹੋਵੇ ਤਾਂ ਵੀ ਇਲੈਕਟ੍ਰੋਮੈਗਨੈਟਿਕ ਇੰਟਰਫੇਰੈਂਸ ਜਨਰੇਟ ਹੋ ਜਾਂਦੀ ਹੈ। ਸੋ ਜਿੰਨੇ ਟਵਿਸਟਡ ਪੇਅਰ ਕੇਬਲ ਦੇ ਵਿੱਚ ਟਵਿਸਟ ਹੁੰਦੇ ਆ ਓਨੀ ਹੀ ਘੱਟ ਨੋਇਜ਼ ਜਾਂ ਇਲੈਕਟ੍ਰੋਮੈਗਨੈਟਿਕ ਇੰਟਰਫੇਰੈਂਸ ਪ੍ਰੋਡਿਊਸ ਹੁੰਦੀ ਹੈ। Now we will discuss the advantages and disadvantages of twisted pair cable. So first we will discuss the advantages. First advantage is inexpensive and readily available. So twisted pair cable ਸਭ ਤੋਂ ਜ਼ਿਆਦਾ cheap ਹੁੰਦੀ ਹੈ as compared to other cables ਤੇ ਇਹ easily available ਵੀ ਹੋ ਸਕਦੀ ਹੈ। Next is flexible and lightweight. Twisted pair cable ਬਹੁਤ ਜ਼ਿਆਦਾ flexible ਹੁੰਦੀ ਹੈ, ਮਤਲਬ ਇਹਨੂੰ ਅਸੀਂ easily bend ਵੀ ਕਰ ਸਕਦੇ ਹਾਂ ਤੇ ਇਹ ਬਹੁਤ ਜ਼ਿਆਦਾ lightweight ਵੀ ਹੁੰਦੀ ਹੈ। Next is easy to set up and install. ਇਹਨੂੰ ਸੈਟਅਪ ਤੇ ਇੰਸਟਾਲ ਕਰਨਾ ਵੀ ਬਹੁਤ ਈਜ਼ੀ ਹੁੰਦਾ ਹੈ। ਨੈਕਸਟ ਵੀ ਵਿਲ ਡਿਸਕਸ ਦੀ ਡਿਸਐਡਵਾਂਟੇਜਸ। ਸੋ ਫਸਟ ਡਿਸਐਡਵਾਂਟੇਜਸ ਸਸੈਪਟੇਬਲ ਟੂ ਇੰਟਰਫੇਰੈਂਸ ਐਂਡ ਨੋਇਜ਼। ਟਵਿਸਟਡ ਪੇਅਰ ਕੇਬਲ ਦੇ ਵਿੱਚ
ਨੋਇਜ਼ ਜਾਂ ਡਿਸਟਰਬੈਂਸ ਪ੍ਰੋਡਿਊਸ ਹੋ ਸਕਦੀ ਹੈ। ਨੋਇਜ਼ ਕੀ ਹੁੰਦੀ ਹੈ? ਇਟ ਇਜ਼ ਐਨ ਇਲੈਕਟ੍ਰੀਕਲ ਸਿਗਨਲ ਔਰ ਡਿਸਟਰਬੈਂਸ ਦੈਟ ਕੈਨ ਡੀਗ੍ਰੇਡ ਦੀ ਕਮਿਊਨੀਕੇਸ਼ਨ। ਨੋਇਜ਼ ਵੀ ਇੱਕ ਇਲੈਕਟ੍ਰੀਕਲ ਸਿਗਨਲ ਹੁੰਦਾ ਹੈ ਜਿਹਦੇ ਨਾਲ ਤੁਹਾਡਾ ਸਿਗਨਲ ਵੀਕ ਹੋ ਸਕਦਾ ਹੈ। ਨੈਕਸਟ ਡਿਸਐਡਵਾਂਟੇजेस, ਲੋ ਬੈਂਡਵਿਡਥ। ਟਵਿਸਟਡ ਪੇਅਰ ਕੇਬਲ ਬਹੁਤ ਜ਼ਿਆਦਾ ਲੋ ਬੈਂਡਵਿਡਥ ਪ੍ਰੋਵਾਈਡ ਕਰਦੇ ਆ, ਮੀਨਸ ਇਹਦੇ ਵਿੱਚ ਡਾਟਾ ਟਰਾਂਸਫਰ ਰੇਟ ਬਹੁਤ ਜ਼ਿਆਦਾ ਘੱਟ ਹੁੰਦੇ ਆ, ਮਤਲਬ ਸਪੀਡ ਬਹੁਤ ਜ਼ਿਆਦਾ ਘੱਟ ਹੁੰਦੀ ਆ ਡਾਟਾ ਨੂੰ ਟਰਾਂਸਫਰ ਕਰਨ ਦੀ। First category of twisted pair cable is UTP, that is unshielded twisted pair cable. UTP consists of a 4 twisted pair of metal wires. That means there are 8 wires in the cable. Unshielded means no additional shielding like meshes or aluminum foil which at bulk are used. Each pair is twisted with a different number of twists per inch to help eliminate the interference from the other electrical devices. Each twisted pair consists of 2 metal conductors that are insulated separately with their own colored plastic insulation. सो इस फिगर ਦੇ ਵਿੱਚ ਆਪਾਂ ਦੇਖ ਸਕਦੇ ਹਾਂ ਕਿ ਸਾਡੇ ਕੋਲ ਕੇਬਲਸ ਦੇ 4 ਟਵਿਸਟਡ ਪੇਅਰ ਹੁੰਦੇ ਆ, ਮੀਨਸ ਟੋਟਲ ਸਾਡੇ ਕੋਲ 8 ਵਾਇਰਸ ਹੁੰਦੀਆਂ। ਹਰ ਵਾਇਰ ਦੇ ਵਿੱਚ ਇੱਕ ਕਾਪਰ ਕੰਡਕਟਰ ਹੁੰਦਾ ਹੈ ਜਿਹਦੀ ਕਿ ਇੱਕ ਪਲਾਸਟਿਕ ਇਨਸੂਲੇਸ਼ਨ ਹੋਈ ਹੁੰਦੀ ਹੈ। ਚਾਰੋਂ ਹੀ ਪੇਅਰਸ ਇੱਕ ਪਲਾਸਟਿਕ ਦੀ ਇਨਸੂਲੇਸ਼ਨ ਦੇ ਨਾਲ ਕਵਰਡ ਕੀਤੇ ਹੁੰਦੇ ਆ ਜਿਹਨੂੰ ਆਪਾਂ ਕੀ ਕਹਿੰਦੇ ਆ, ਆਊਟਰ ਜੈਕਟ। ਤੇ ਹਰ ਪੇਅਰ ਦੀ ਇੱਕ ਡਿਫਰੈਂਟ ਕਲਰ ਦੀ ਪਲਾਸਟਿਕ ਇਨਸੂਲੇਸ਼ਨ ਹੋਈ ਹੁੰਦੀ ਹੈ ਜਿਹਨੂੰ ਆਪਾਂ ਕਹਿੰਦੇ ਆ ਕਲਰਡ ਕੋਡਡ ਪਲਾਸਟਿਕ ਇਨਸੂਲੇਸ਼ਨ। So now we will discuss the advantages and disadvantages of UTP. So first we will discuss the advantages. It is cheaper than other communication media. UTP ਵਾਇਰ ਜਿਹੜੀ ਹੁੰਦੀ ਹੈ ਉਹ ਅਦਰ ਵਾਇਰਸ ਨਾਲੋਂ ਬਹੁਤ ਜ਼ਿਆਦਾ ਚੀਪ ਹੁੰਦੀ ਹੈ। ਸੈਕਿੰਡ ਇਜ਼ ਇਟ ਇਜ਼ ਈਜ਼ੀ ਟੂ ਇੰਸਟਾਲ ਐਂਡ ਰਿਪੇਅਰ। ਇਹਨੂੰ ਇੰਸਟਾਲ ਅਤੇ ਰਿਪੇਅਰ ਕਰਨਾ ਵੀ ਬਹੁਤ ਈਜ਼ੀ ਹੁੰਦਾ ਹੈ। ਇਟ ਪ੍ਰੋਵਾਈਡਸ ਗੁੱਡ ਡੇਟਾ ਟਰਾਂਸਮਿਸ਼ਨ ਇਨ ਸ਼ਾਰਟ ਡਿਸਟੈਂਸ ਨੈਟਵਰਕਸ। ਸ਼ਾਰਟ ਡਿਸਟੈਂਸਿਸ ਦੇ ਵਿੱਚ ਇਹ ਬਹੁਤ ਜ਼ਿਆਦਾ ਵਧੀਆ ਸਪੀਡ ਪ੍ਰੋਵਾਈਡ ਕਰਦੀ ਹੈ। ਨੈਕਸਟ ਇਜ਼ ਡਿਸਐਡਵਾਂਟੇजेस ਆਫ UTP. ਇਟ ਇਜ਼ ਮੋਰ ਸਸੈਪਟੇਬਲ ਟੂ ਕ੍ਰੋਸ ਟਾਕ। ਕ੍ਰੋਸ ਟਾਕ ਕੀ ਹੁੰਦੀ ਹੈ? ਨੋਇਜ਼ ਹੁੰਦੀ ਹੈ, ਮਤਲਬ UTP ਦੇ ਵਿੱਚ ਨੋਇਜ਼ ਪ੍ਰੋਡਿਊਸ ਹੋ ਸਕਦੀ ਹੈ ਐਜ਼ ਕੰਪੇਅਰ ਟੂ ਸ਼ੀਲਡਡ ਟਵਿਸਟਡ ਪੇਅਰ ਕੇਬਲ। Next is it is not suitable for outdoor use and long distance networks. UTP cable longer distances ਲਈ ਬਹੁਤ ਘੱਟ use ਕੀਤੀ ਜਾਂਦੀ ਹੈ। Next type of twisted pair cable is STP, that is shielded twisted pair cable. STP is similar to unshielded twisted pair UTP, however it contains an extra foil wrapping or copper shield to protect the cable signals from electromagnetic interference. STP cables are costlier when compared to UTP, but has the advantage of being capable of supporting higher transmission rates across longer distances. So ਇਸ ਫਿਗਰ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਸਭ ਤੋਂ ਪਹਿਲਾਂ STP ਕੇਬਲ ਦੇ ਵਿੱਚ ਚਾਰੇ ਟਵਿਸਟਡ ਪੇਅਰਸ ਅਲੱਗ-ਅਲੱਗ ਕਾਪਰ ਮੈਟਲ ਸ਼ੀਲਡਸ ਨਾਲ ਕਵਰਡ ਹੁੰਦੇ ਆ। ਫਿਰ ਇਹਨਾਂ ਨੂੰ ਇੱਕ ਓਵਰਆਲ ਕਾਪਰ ਸ਼ੀਲਡ ਦੇ ਨਾਲ ਕਵਰ ਕੀਤਾ ਜਾਂਦਾ ਹੈ ਤੇ ਫਿਰ ਫਾਈਨਲੀ ਪਲਾਸਟਿਕ ਕਵਰਿੰਗ ਹੁੰਦੀ ਹੈ ਕੇਬਲ ਦੀ ਜਿਹਨੂੰ ਆਪਾਂ ਕੀ ਕਹਿੰਦੇ ਆ, ਆਊਟਰ ਜੈਕਟ। ਸ਼ੀਲਡ ਨਾਲ ਕਵਰ ਹੋਣ ਕਰਕੇ STP ਕੇਬਲ ਤੇ ਨੋਇਜ਼ ਜਾਂ ਕੋਈ ਹੋਰ ਇਲੈਕਟ੍ਰੋਮੈਗਨੈਟਿਕ ਇੰਟਰਫੇਰੈਂਸ ਦਾ ਕੋਈ ਇਫੈਕਟ ਨਹੀਂ ਹੁੰਦਾ, ਜਿਹਦੇ ਕਰਕੇ ਇਹਦੀ ਸਪੀਡ ਵੀ ਵੱਧ ਹੁੰਦੀ ਹੈ ਐਜ਼ ਕੰਪੇਅਰ ਟੂ ਅਨਸ਼ੀਲਡਡ ਟਵਿਸਟਡ ਪੇਅਰ ਕੇਬਲ। Now we will discuss the advantages and disadvantages of shielded twisted pair cable. So first we will discuss the advantages. First advantage is shielded. STP ਕੇਬਲ ਸ਼ੀਲਡਡ ਹੁੰਦੀ ਹੈ ਜਿਹਦੇ ਕਰਕੇ ਇਹਦੇ ਉੱਪਰ ਕੋਈ ਵੀ ਨੋਇਜ਼ ਜਾਂ ਕੋਈ ਹੋਰ ਇਲੈਕਟ੍ਰੋਮੈਗਨੈਟਿਕ ਇੰਟਰਫੇਰੈਂਸ ਦਾ ਕੋਈ ਇਫੈਕਟ ਨਹੀਂ ਪੈਂਦਾ। ਸੈਕਿੰਡ ਐਡਵਾਂਟੇਜ ਇਜ਼ ਫਾਸਟਰ ਦੈਨ UTP ਐਂਡ ਕੋਐਕਸੀਅਲ ਕੇਬਲ। STP ਕੇਬਲ ਦੀ ਸਪੀਡ ਜ਼ਿਆਦਾ ਹੁੰਦੀ ਹੈ ਐਜ਼ ਕੰਪੇਅਰ ਟੂ UTP ਐਂਡ ਕੋਐਕਸੀਅਲ ਕੇਬਲ। Now we will discuss the disadvantages. So first disadvantage is more expensive than UTP and coaxial cable. STP ਕੇਬਲ ज़्यादा costly ਹੁੰਦੀ ਹੈ as compared to UTP and coaxial cable. Next disadvantage is more difficult installation, ਤੇ ਇਹਨੂੰ install ਕਰਨਾ ਵੀ ਬਹੁਤ ज़्यादा difficult ਹੁੰਦਾ ਹੈ। Next type of cable is coaxial cable. Coaxial cable is a type of cable that has an inner conductor surrounded by an insulating layer surrounded by a conductive shielding which is again covered by an insulating material. Many coaxial cables also have a protective outer sheath or jacket. It is primarily used by cable TV companies to connect their satellite antennas facilities to customer homes and businesses. So ਕੋਐਕਸੀਅਲ ਕੇਬਲ ਦੇ ਵਿੱਚ ਸਭ ਤੋਂ ਪਹਿਲਾਂ ਇਨਰ ਕੰਡਕਟਰ ਨੂੰ ਇੱਕ ਇਨਸੂਲੇਟਿੰਗ ਮਟੀਰੀਅਲ ਦੇ ਨਾਲ ਕਵਰ ਕੀਤਾ ਹੁੰਦਾ ਹੈ
फिर उस इंसुलेटिंग मटीरियल के उपर एक कॉपर शील्डिंग होंदी है जिन्हों फिर एक इंसुलेटर दे नाल कवर किया जाता है, तो फिर फाइनली इस इंसुलेटर की प्लास्टिक कवरिंग होंदी है। तो कोएक्सियल केबल सब तो ज़्यादा केबल टीवी नैटवर्क्स दे विच यूज़ होंदी है। सो नाउ वी विल डिस्कस द एडवांटेजेस एंड डिसएडवांटेजेस ऑफ कोएक्सियल केबल। फर्स्ट वी विल डिस्कस द एडवांटेजेस। सो फर्स्ट एडवांटेज इज लेस susceptible to interference than twisted pair। सो कोएक्सियल केबल के उपर नॉइज़ या कोई होर इलैक्ट्रोमैगनैटिक इंटरफेरेंस का इफेक्ट बहुत ही ज़्यादा घट होंदा है एज कंपेयर टू ट्विस्टेड पेयर केबल। सैकेंड इज़ हायर बैंडविड्थ दैन ट्विस्टेड पेयर। सो कोएक्सियल केबल्स बहुत ज़्यादा बैंडविड्थ प्रोवाइड करदियाँ एज कंपेयर टू ट्विस्टेड पेयर केबल। नैक्सट इज़ बैटर शील्डिंग अलाउ फॉर हायर ट्रांसफर रेट्स। शील्डिंग होने करके ये विच डाटा ट्रांसफर की स्पीड भी बहुत ज़्यादा होंदी है। नाउ द डिसएडवांटेजेस। फर्स्ट इज़ बल्की। कोएक्सियल केबल का साइज़ थोड़ा ज़्यादा होंदा है एज कंपेयर टू ट्विस्टेड पेयर केबल। नैक्सट डिसएडवांटेज इज़ एक्सपेंसिव ओवर लॉन्ग डिस्टेंसिस। सो लॉन्गर डिस्टेंसिस के लिए यह बहुत ही ज़्यादा कॉस्टली होंदी पैंदी है। सो थर्ड टाइप ऑफ केबल इज़ ऑप्टिकल फाइबर। It uses the concept of reflection of light through a core made up of glass or plastic, transmit the signals in the form of light. The core is surrounded by a less dense glass or plastic covering called the cladding. It is used for the transmission of large volumes of data and can be used for longer distances. So, optical fiber ਦੇ ਵਿੱਚ ਦੋ ਚੀਜ਼ਾਂ ਹੁੰਦੀਆਂ ਹੈ, core ਤੇ cladding। core is made up of glass ਜਿਹਨੂੰ ਆਪਾਂ ਕਵਰ ਕੀਤਾ ਹੁੰਦਾ ਹੈ ਗਲਾਸ ਜਾਂ ਫਿਰ ਪਲਾਸਟਿਕ ਦੇ ਨਾਲ, ਤੇ ਇਸ ਕਵਰਿੰਗ ਨੂੰ ਆਪਾਂ ਕਲੈਡਿੰਗ ਕਹਿੰਦੇ ਹਾਂ। ਆਪਟੀਕਲ ਫਾਈਬਰ ਦੇ ਵਿੱਚ ਲਾਈਟ ਸਿਗਨਲ ਟਰਾਂਸਮਿਟ ਕਰਦਾ ਹੈ ਫਰੋਮ ਸੈਂਡਰ ਟੂ ਰਿਸੀਵਰ, ਤੇ ਇਸ ਕੇਬਲ ਨੂੰ ਆਪਾਂ ਲੌਂਗਰ ਡਿਸਟੈਂਸਿਸ ਲਈ ਵੀ ਯੂਜ਼ ਕਰ ਸਕਦੇ ਹਾਂ, ਤੇ ਇਹ ਕੇਬਲ ਵਿੱਚ ਅਸੀਂ ਜ਼ਿਆਦਾ ਅਮਾਊਂਟ ਵਾਲੇ ਡੇਟਾ ਨੂੰ ਵੀ ਬਹੁਤ ਜ਼ਿਆਦਾ ਹਾਈ ਸਪੀਡ ਤੇ ਸੈਂਡ ਕਰ ਸਕਦੇ ਹਾਂ। So now we will discuss the advantages of optical fiber. So first advantage is bandwidth is higher than copper cables. So optical fiber बहुत ज़्यादा bandwidth provide करती हैं as compared to coaxial cable and twisted pair cable. Second is it allows the data transmission for longer distances. Optical fiber ਨੂੰ ਆਪਾਂ longer distances ਲਈ ਵੀ use ਕਰ ਸਕਦੇ ਹਾਂ। Next is the optical cable is resistance for electromagnetic interference. ऑप्टिकल फाइबर केबल के उपर कोई भी नॉइज़ या फिर कोई होर इलैक्ट्रोमैगनैटिक इंटरफेरेंस का कोई इफेक्ट नहीं पैंदा। नैक्सट इज़ दीज केबल्स आर लाइटर थिनर एंड ऑक्यूपाई लैस एरिया कंपेयर विद मैटल वायर्स। सो ऑप्टिकल फाइबर बहुत ज़्यादा लाइटर तो थिनर होंदियां एज कंपेयर टू ट्विस्टेड पेयर केबल एंड कोएक्सियल केबल। द ऑप्टिकल फाइबर केबल इज़ वेरी हार्ड टू टैप। दीज केबल्स आर वेरी सिक्योर वाइल कैरिंग और ट्रांसमिटिंग दी डेटा। सो ऑप्टिकल फाइबर ਨੂੰ टैप करना भी बहुत ज़्यादा डिफिकल्ट ਹੁੰਦਾ है ਜਿਹਦੇ ਕਰਕੇ ਇਹ बहुत ज़्यादा सिक्योर ਹੁੰਦੀਆਂ ਤੇ ਆਪਾਂ ਅਸੀਂ सिक्योरली डाटा ट्रांसफर कर सकते हैं फ्रॉम सेंडर टू रिसीवर। नाउ द डिसएडवांटेजेस ऑफ ऑप्टिकल फाइबर। फर्स्ट इज़ एक्सपेंसिव एज कंपेयर टू ट्विस्टेड पेयर केबल एंड कोएक्सियल केबल। सो ऑप्टिकल फाइबर बहुत ज़्यादा कॉस्टली होंदी है एज कंपेयर टू ट्विस्टेड पेयर केबल एंड कोएक्सियल केबल। नैक्सट इज़ डिफिकल्ट टू इंस्टॉल एंड मेनटेन। ऑप्टिकल फाइबर नू इंस्टॉल ते मेनटेन करना भी बहुत ज़्यादा डिफिकल्ट है। नैक्सट इज़ स्पैशल टूल्स आर रिक्वायर्ड फॉर मेनटेनेंस एंड रिपेयरिंग। सो ऑप्टिकल फाइबर की मेनटेनेंस ते रिपेयरिंग लिए सानू स्पैशल टूल्स की जरूरत पैंदी है। नैक्सट इज़ दीज केबल्स आर मोर डेलीकेट दैन कॉपर वायर्स। ऑप्टिकल फाइबर बहुत ज़्यादा डेलीकेट होंदी है एज कंपेयर टू कॉपर वायर्स, जिहदे करके यह ईजीली ब्रेक भी हो जाती है। नैक्सट इज़ डिफिकल्ट टू बैंड। इफ़ यू बैंड द केबल टू मच इट विल ब्रेक। सो ऑप्टिकल फाइबर नू बैंड करना भी बहुत ज़्यादा डिफिकल्ट है, जिहदे करके जे इनू तुसी ज़्यादा बैंड करोगे तो यह टुट भी सकती है। सो नैक्सट टाइप ऑफ ट्रांसमिशन मीडिया इज़ वायरलैस ट्रांसमिशन मीडिया। So wireless transmission media is further divided into three main types. First is radio waves, second is microwaves, and third is infrared rays. So first type of wireless transmission media is radio waves. A radio wave is a type of electromagnetic signal designed to carry the information over relatively long distances. Some radio waves are referred to as radio frequency signals. These are the primary means for carrying the data over wireless networks.
Radio waves travels at very high frequency. Radio waves are used for multicast communications such as radio and television. So radio waves बहुत ज़्यादा हाई फ्रीकुएंसी ਤੇ ट्रैवल ਕਰਦੀਆਂ ਹੈ ਜਿਹਦੇ ਕਰਕੇ ਇਹਨਾਂ ਨੂੰ ਲੌਂਗਰ ਡਿਸਟੈਂਸਿਸ ਲਈ ਯੂਜ਼ ਕੀਤਾ ਜਾਂਦਾ ਹੈ। ਰੇਡੀਓ ਵੇਵਸ ਨੂੰ ਆਪਾਂ ਰੇਡੀਓ ਫ੍ਰੀਕੁਐਂਸੀ ਸਿਗਨਲਸ ਵੀ ਕਹਿ ਸਕਦੇ ਹਾਂ। ਤੇ ਰੇਡੀਓ ਵੇਵਸ ਮੋਸਟਲੀ ਮਲਟੀਕਾਸਟ ਕਮਿਊਨੀਕੇਸ਼ਨ 'ਚ ਯੂਜ਼ ਹੁੰਦੀਆਂ ਤੇ ਮਲਟੀਕਾਸਟ ਕਮਿਊਨੀਕੇਸ਼ਨ ਕੀ ਹੁੰਦੀ ਹੈ ਜਿਹਦੇ ਵਿੱਚ ਇੱਕ ਸੈਂਡਰ ਹੁੰਦਾ ਤੇ ਬਹੁਤ ਸਾਰੇ ਰਿਸੀਵਰਸ ਹੁੰਦੇ ਆ ਤੇ ਇਹਦੀ ਐਗਜ਼ਾਮਪਲ ਰੇਡੀਓ ਤੇ ਟੈਲੀਵਿਜ਼ਨ ਹੈ। Second type of wireless media is microwaves. Microwaves are used for unicast communications such as cellular, telephones, satellite networks and wireless LANs. It travels in straight lines, so the transmitter and receiver stations should be accurately aligned to each other. Since it is unidirectional, it allows the multiple receivers in a row to receive the signals in without interference. Microwaves do not pass through buildings. ਸੋ ਮਾਈਕ੍ਰੋਵੇਵਸ ਬੇਸਿਕਲੀ ਯੂਨੀਕਾਸਟ ਕਮਿਊਨੀਕੇਸ਼ਨ ਲਈ ਯੂਜ਼ ਹੁੰਦੀ ਹੈ। ਯੂਨੀਕਾਸਟ ਕਮਿਊਨੀਕੇਸ਼ਨ ਕੀ ਹੁੰਦੀ ਹੈ ਜਿਹਦੇ ਵਿੱਚ ਇੱਕ ਸੈਂਡਰ ਹੁੰਦਾ ਤੇ ਇੱਕ ਹੀ ਰਿਸੀਵਰ ਹੁੰਦਾ ਹੈ। ਮਾਈਕ੍ਰੋਵੇਵਸ ਇੱਕ ਸਟ੍ਰੇਟ ਲਾਈਨ ਦੇ ਵਿੱਚ ਟਰੈਵਲ ਕਰਦੀਆਂ ਹੈ ਤੇ ਇਹ ਯੂਨੀ ਡਾਇਰੈਕਸ਼ਨਲ ਹੁੰਦੀ ਹੈ, ਮਤਲਬ ਡਾਟਾ ਇੱਕ ਹੀ ਡਾਇਰੈਕਸ਼ਨ ਦੇ ਵਿੱਚ ਟਰੈਵਲ ਕਰ ਸਕਦਾ ਹੈ। ਮਾਈਕ੍ਰੋਵੇਵਸ ਬਿਲਡਿੰਗਸ ਨੂੰ ਪਾਸ ਨਹੀਂ ਕਰ ਸਕਦੀਆਂ। Third type of wireless transmission media is infrared rays. So infrared signals can be used for short range communication in a closed area using line of sight propagation, not suitable for longer distances. Infrared rays are mostly used in TV remote control system and also used in wireless keyboard and mouse. So infrared rays basically shorter distances ਲਈ use ਹੁੰਦੀਆਂ ਤੇ ਇਹ longer distances ਲਈ use ਨਹੀਂ ਕੀਤੀਆਂ ਜਾ ਸਕਦੀਆਂ। ਇਨਫਰਾਰੈਡ ਰੇਜ਼ ਦੀ ਐਗਜ਼ਾਮਪਲ ਹੈ ਟੀਵੀ ਰਿਮੋਟ ਕੰਟਰੋਲ ਸਿਸਟਮਸ ਤੇ ਵਾਇਰਲੈਸ ਕੀਬੋਰਡ ਐਂਡ ਮਾਊਸ। ਥੈਂਕ ਯੂ।